सतनाम श्री वाहिगुरु साहिब जी। जेता समुंद सागर नीर भरिया, तेते अवगुण हमारे। दया करो किस मिहिर पाबह, डुब दे पत्थर तारे। रैण गवाई सोई कै, दिवस गवाया खाए। हीरे जैसा जन्म है, कौड़ी बदले जाए। परम सत्कारयोग सतगुरां दी हजूरी विच विराजमान गुरु प्यारी गुरु सवारी गुरु दा खास रूप साध संग जीओ। आप सरबत सिख संगत धनता दी जोग है, बधाई दी पात्र है समुची सिख संगत जो आप जी ने सतगुरां दी रहमत सदका, सतगुरां दी अपार कृपा सदका अमृत वेले उठ के तन का इशनान करके गुरु दरबार दियाँ हाजरियां भरियां ने। सो आप सरबत सिख संगत का बहुत बहुत धन्यवाद किया जाता है जी, जिया नूं आख्या जाता है। आओ रल मिल के सतगुरां दे वचनां दे नाल सांझ पाईए, जिन्हां वचनां दे नाल अज आपां सांझ पाउण जा रहे हैं। वो वचन सतगुरु अर्जन देव महाराज साहब जी दे पवित्र मुखारबिंद तो उचारण किए हुए ने। इन्हां वचनां दे नाल सतगुरु अर्जन देव महाराज साहब सानूं की बख्शिश करदे ने। गौड़ी महला पंजवा, कर कर टहल रसना गुण गावहु, चरण ठाकुर कै मार्ग पावहु। गौड़ी मुहला पंजवा। कर कर टहल रसना गुण गावो, चरण ठाकुर कै मार्ग धावो। सतगुरु अर्जन देव महाराज शब्द की शुरुआत इन्हां वचनां दे नाल करदे ने। जो रहाओ वालियां पंक्तियां ने, इन्हां दे द्वारा सतगुरु सानूं की बख्शिश करदे ने। भलो समो सिमरन की वरिया, सिमरत नाम भय पार उतरिया रहाओ। भलो समो सिमरन की वरिया, सिमरत नाम भय पार उतरिया रहाओ। भलो का भाव हुंदा साध संगत जी, भला चंगा सुहावना। समों का भाव हुंदा समा वेला वक्त। बरिया का भाव हुंदा बारी अवसर मौका। भय का भाव हुंदा
ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਰਹਾਉ ਵਾਲੀਆਂ ਪੰਕਤੀਆਂ ਦੇ ਦੁਆਰਾ ਬਖਸ਼ਿਸ਼ ਕਰਦੇ ਨੇ ਕਿ ਭਾਲੋ ਸਮਰੋਂ ਸਿਮਰਨ ਕੀ ਬਰੀਆ, ਸਿਮਰਤ ਨਾਮ ਪੈ ਪਾਰ ਉਤਰੀਆ। ਰਹਾਉ ਪਾਤਸ਼ਾਹ ਕਹਿੰਦੇ ਹੀ ਮੇਰੇ ਮਨਾ, ਮਨੁੱਖਾ ਜਨਮ ਦਾ ਇਹ ਸੋਹਣਾ ਸਮਾਂ ਤੈਨੂੰ ਮਿਲਿਆ ਹੋਇਆ ਹੈ। ਆ ਮਨੁੱਖਾ ਸਰੀਰ ਦੇ ਰਾਹੀਂ ਤੈਨੂੰ ਸੋਹਣਾ ਸਮਾਂ ਮਿਲਿਆ ਹੋਇਆ ਹੈ। ਇਹ ਮਨੁੱਖਾ ਜਨਮ ਹੀ ਪਰਮਾਤਮਾ ਦੇ ਸਿਮਰਨ ਦਾ ਵੇਲਾ ਹੈ। ਭਾਵ ਇਸ ਮਨੁੱਖਾ ਸਰੀਰ ਦੇ ਰਾਹੀਂ ਉਸ ਪਰਮੇਸ਼ਰ ਦੀ ਬੰਦਗੀ ਕਰਕੇ ਪਰਮੇਸ਼ਰ ਦੇ ਨਾਲ ਅਭੇਦ ਹੋਇਆ ਜਾ ਸਕਦਾ ਹੈ। ਇਸ ਮਨੁੱਖਾ ਜਨਮ ਦੇ ਵਿੱਚ ਹੀ ਪਰਮਾਤਮਾ ਦਾ ਨਾਮ ਸਿਮਰਦੇ ਹਾਂ ਸੰਸਾਰ ਦੇ ਅਨੇਕਾਂ ਡਰਾਂ ਤੋਂ ਪਾਰ ਲੰਘ ਸਕੀਦਾ ਹੈ। ਸਿਮਰਤ ਨਾਮ ਭੈ ਪਾਰ ਉਤਰੀਆ। ਤੇ ਸਭ ਦੀ ਸ਼ੁਰੂਆਤ ਗੁਰੂ ਪਾਤਸ਼ਾਹ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ ਕਿ ਕਰ ਕਰ ਟਹਿਲ ਰਸਨਾ ਗੁਣ ਗਾਵੋ, ਚਰਨ ਠਾਕਰ ਕੈ ਮਾਰਗ ਧਾਵੋ। ਕਰ ਦਾ ਭਾਵ ਹੁੰਦਾ ਸਾਧ ਜੀ ਹੱਥਾਂ ਦੇ ਨਾਲ, ਕਰ ਦਾ ਭਾਵ ਹੁੰਦਾ ਹੈ ਕਰਕੇ, ਰਸਨਾ ਦਾ ਭਾਵ ਹੁੰਦਾ ਹੈ ਜੀਭ ਦੇ ਨਾਲ, ਗਾਵੋ ਦਾ ਭਾਵ ਹੁੰਦਾ ਹੈ ਮੈਂ ਗਾਉਂਦਾ ਹਾਂ, ਚਰਨ ਦਾ ਭਾਵ ਹੁੰਦਾ ਹੈ ਪੈਰਾਂ ਦੇ ਨਾਲ, ਮਾਰਗ ਦਾ ਭਾਵ ਹੁੰਦਾ ਹੈ ਰਸਤੇ ਦੇ ਉੱਤੇ, ਧਾਵੋ ਦਾ ਭਾਵ ਹੁੰਦਾ ਮੈਂ ਦੌੜਦਾ ਹਾਂ। ਸੁਣੋ ਬਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਪਾਤਸ਼ਾਹ ਕਹਿੰਦੇ ਕਰ ਕਰ ਟਹਿਲ ਰਸਨਾ ਗੁਣ ਗਾਵੋ। ਹੇ ਭਾਈ, ਆਪਣੇ ਗੁਰੂ ਦੀ ਮਿਹਰ ਸਦਕਾ ਮੈਂ ਆਪਣੇ ਹੱਥਾਂ ਦੇ ਨਾਲ ਗੁਰਮੁਖਾਂ ਦੀ ਸੇਵਾ ਕਰਦਾ ਹਾਂ। ਹੇ ਭਾਈ, ਆਪਣੇ ਗੁਰੂ ਦੀ ਮਿਹਰ ਦੇ ਨਾਲ ਮੈਂ ਆਪਣੇ ਹੱਥਾਂ ਦੇ ਨਾਲ ਗੁਰਮੁਖਾਂ ਦੀ ਸੇਵਾ ਕਰਦਾ ਤੇ ਜੀਭ ਦੇ ਨਾਲ ਪਰਮਾਤਮਾ ਦੀ ਗੁਣ ਗਾਉਂਦਾ ਹਾਂ। ਪੈਰਾਂ ਦੇ ਨਾਲ ਮੈਂ ਪਰਮਾਤਮਾ ਦੇ ਰਸਤੇ ਉੱਤੇ ਚੱਲ ਰਿਹਾ, ਉਸ ਪਰਮਾਤਮਾ ਦੇ ਦੱਸੇ ਹੋਏ ਰਾਹ ਤੇ ਚੱਲ ਰਿਹਾ ਹਾਂ। नेतर संतन का दर्शन पेखा, प्रभ अविनाशी मन में लेखा। नेत्र संतन का दर्शन पेख, प्रभ अविनाशी मन में लेखा। नेत्र का भाव हुंदा है ਅੱਖਾਂ ਦੇ ਨਾਲ, ਪੇਖ ਦਾ ਭਾਵ ਹੁੰਦਾ ਹੈ ਵੇਖ, ਲੇਖ ਦਾ ਭਾਵ ਹੁੰਦਾ ਹੈ ਲਿਖ। ਨੇਤਰ ਸੰਤਨ ਕਾ ਦਰਸ਼ਨ ਪੇਖ, ਪ੍ਰਭ ਅਵਨਾਸੀ ਮਨ ਮੈਂ ਲੇਖ। ਪਾਤਸ਼ਾਹ ਕਹਿੰਦੀ ਹੀ ਭਾਈ, ਤੂੰ ਵੀ ਆਪਣੀਆਂ ਅੱਖਾਂ ਦੇ ਨਾਲ ਗੁਰਮੁਖਾਂ ਦੇ ਦਰਸ਼ਨ ਕਰ। ਗੁਰੂ ਦੀ ਬਾਣੀ ਦੇ ਨਾਲ, ਬੰਦਗੀ ਦੇ ਨਾਲ ਪਿਆਰ ਕਰਨ ਵਾਲੇ ਗੁਰਮੁਖਾਂ ਦੇ ਦਰਸ਼ਨ ਕਰ ਇਹਨਾਂ ਅੱਖਾਂ ਦੇ ਨਾਲ। ਤੇ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਆਪਣੇ ਮਨ ਦੇ ਵਿੱਚ ਅਵਿਨਾਸੀ ਪਰਮਾਤਮਾ ਦੇ ਸਿਮਰਨ ਦਾ ਲੇਖ ਲਿਖਦਾ ਰਹੇ। ਬਸ ਆਹ ਕਾਰਜ ਕਰਦਾ ਰਹੇ। ਇਹਨਾਂ ਅੱਖਾਂ ਦੇ ਨਾਲ ਗੁਰਮੁਖਾਂ ਦੇ ਦਰਸ਼ਨ ਕਰਨੇ ਨੇ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਆਪਣੇ ਮਨ ਦੇ ਵਿੱਚ ਪਰਮਾਤਮਾ ਦੇ ਸਿਮਰਨ ਦਾ ਲੇਖ ਲਿਖਦਾ ਰਹੇ।
ਸੁਣ ਕੀਰਤਨ ਸਾਧ ਮੈਂ ਜਾਹੀ, जन्म मरण की त्रास मिटाए। सुन कीर्तन साध पह जाए, जन्म मरण की त्रास मिटाए। साध पै दा भाव हुंदा है गुरु दे कोल, जाए दा भाव हुंदा है जाके, ਤਰਾਸ ਦਾ ਭਾਵ ਹੁੰਦਾ ਹੈ ਡਰ, ਮਿਟਾਏ ਦਾ ਭਾਵ ਹੁੰਦਾ ਹੈ ਦੂਰ ਕਰ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੇ ਭਾਈ, ਗੁਰੂ ਦੀ ਸੰਗਤ ਵਿੱਚ ਜਾ ਕੇ ਤੂੰ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰ। ਰੋਜ਼ ਗੁਰੂ ਦੀ ਸੰਗਤ ਵਿੱਚ ਜਾਇਆ ਕਰ ਤੇ ਸੰਗਤ ਵਿੱਚ ਜਾ ਕੇ ਪਰਮਾਤਮਾ ਦੀ ਜੋ ਸਿਫਤ ਸਲਾਹ ਹੈ, ਵਡਿਆਈ ਹੈ, ਪਰਮਾਤਮਾ ਦੀ ਵਡਿਆਈ ਦੇ ਗੀਤ ਗਾਇਆ ਕਰ ਸੰਗਤ ਵਿੱਚ ਜਾ ਕੇ। ਇਸ ਤਰ੍ਹਾਂ ਜਨਮ ਮਰਨ ਵਿੱਚ ਪਾਉਣ ਵਾਲੀ ਆਤਮਿਕ ਮੌਤ ਦਾ ਡਰ ਆਪਣੇ ਅੰਦਰੋਂ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦੂਰ ਕਰ ਲੈ। ਚਰਨ ਕਮਲ ਠਾਕੁਰ ਉਰਤਾਰ, ਦੁਰਲਭ ਦੇਹ ਨਾਨਕ ਨਿਸਤਾਰ। ਚਰਨ ਕਮਲ ਠਾਕੁਰ ਉਰਤਾਰ, ਦੁਰਲਭ ਦੇਹ ਨਾਨਕ ਨਿਸਤਾਰ। ਉਰ ਦਾ ਭਾਵ ਹੁੰਦਾ ਹੈ ਹਿਰਦੇ ਦੇ ਵਿੱਚ, ਧਾਰ ਦਾ ਭਾਵ ਹੁੰਦਾ ਹੈ ਰੱਖ, ਦੇਹ ਦਾ ਭਾਵ ਹੁੰਦਾ ਹੈ ਸਰੀਰ, ਨਿਸਤਾਰ ਦਾ ਭਾਵ ਹੁੰਦਾ ਹੈ ਪਾਰ ਲੰਘਾ। ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ ਹੇ ਨਾਨਕ ਆਖ, ਹੇ ਭਾਈ ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਦੇ ਵਿੱਚ ਟਿਕਾਈ ਰੱਖ। ਭਾਵ ਪਰਮਾਤਮਾ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਆਪਣੇ ਹਿਰਦੇ ਵਿੱਚ ਟਿਕਾਈ ਰੱਖ। ਇਹ ਜੋ ਤੈਨੂੰ ਮਨੁੱਖਾ ਸਰੀਰ ਮਿਲਿਆ ਹੋਇਆ ਨਾ, ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਦੇ ਨਾਲ ਤੈਨੂੰ ਮਿਲਿਆ ਹੋਇਆ ਹੈ। ਬਹੁਤ ਸਾਰੀਆਂ ਜੂਨਾਂ ਦੇ ਵਿੱਚੋਂ ਗੁਜ਼ਰ ਕੇ, ਬਹੁਤ ਸਾਰੀਆਂ ਜੂਨਾਂ ਦੇ ਵਿੱਚ ਭਟਕ ਕੇ ਇਹ ਤੈਨੂੰ ਮਨੁੱਖਾ ਸਰੀਰ ਮਿਲਿਆ ਹੋਇਆ ਹੈ। ਇਸ ਨੂੰ ਸਿਮਰਨ ਦੀ ਬਰਕਤ ਦੇ ਨਾਲ ਸੰਸਾਰ ਸਮੁੰਦਰ ਦੇ ਬੇਕਾਰਾਂ ਤੋਂ ਪਾਰ ਲੰਘਾ ਲੈ ਭਾਈ ਆਪਣੇ ਸਰੀਰ ਨੂੰ, ਆਪਣੇ ਇਸ ਮਨੁੱਖਾ ਸਰੀਰ ਨੂੰ। ਤੇ ਮਨੁੱਖਾ ਸਰੀਰ ਦਾ ਮਿਲਣਾ ਬੜਾ ਹੀ ਮੁਸ਼ਕਲ ਹੈ। ਆ ਤੈਨੂੰ ਪਰਮਾਤਮਾ ਨੇ ਕਿਰਪਾ ਕਰਕੇ ਮਨੁੱਖਾ ਸਰੀਰ ਬਖਸ਼ ਦਿੱਤਾ ਤੇ ਇਹ ਸਰੀਰ ਦੇ ਰਾਹੀਂ ਪਰਮਾਤਮਾ ਪਰਮੇਸ਼ਰ ਦੀ ਬੰਦਗੀ ਕਰਕੇ ਉਸ ਪਰਮਾਤਮਾ ਦੇ ਨਾਲ ਅਭੇਦ ਹੋਣ ਦਾ ਤੈਨੂੰ ਭਾਈ ਮੌਕਾ ਮਿਲਿਆ ਹੋਇਆ ਆ ਮਨੁੱਖਾ ਸਰੀਰ। ਸੁਣੋ ਅਗਲੇ ਵਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ। ਗੌੜੀ ਮਹਲਾ ਪੰਜਵਾ, ਜਾਕੋ ਆਪਣੀ ਕਿਰਪਾ ਧਾਰੈ, ਸੋ ਜਨ ਰਸਨਾ ਨਾਮ ਉਚਾਰੈ। ਗੌੜੀ ਮਹੱਲਾ ਪੰਜਵਾ। ਜਾਕੋ ਆਪਣੀ ਕਿਰਪਾ ਧਾਰੈ, ਸੋ ਜਨ ਰਸਨਾ ਨਾਮ ਉਚਾਰੈ। ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੀ ਸ਼ੁਰੂਆਤ ਇਹਨਾਂ ਵਚਨਾਂ ਦੇ ਨਾਲ ਕਰਦੇ ਨੇ। ਜੋ ਰਹਾਉ ਵਾਲੀਆਂ ਪੰਕਤੀਆਂ ਨੇ ਤੇ ਇਹਨਾਂ ਦੇ ਦੁਆਰਾ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ।
हर विसरता सहसा दुख व्यापै, सिमरत नाम परम पाओ भागै रहाओ। हर विसरता सहसा दुख व्यापै, सिमरत नाम भरम पाओ भागै। सहसा ਦਾ ਭਾਵ ਹੁੰਦਾ ਸਾਧ ਸੰਗਤ ਜੀ ਸਾਹਿਮ। ਵਿਆਪੈ ਦਾ ਭਾਵ ਹੁੰਦਾ ਜ਼ੋਰ ਪਾਈ ਰੱਖਦਾ। ਭਰਮ ਦਾ ਭਾਵ ਹੁੰਦਾ ਭਟਕਣਾ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ ਰਹਾਓ ਵਾਲੀਆਂ ਪੰਕਤੀਆਂ ਦੇ ਵਿੱਚ। ਪਾਤਸ਼ਾਹ ਕਹਿੰਦੇ ਹੇ ਭਾਈ, ਪਰਮਾਤਮਾ ਨੂੰ ਭੁਲਾਇਆ ਦੁਨੀਆ ਦਾ ਸਹਿਮ ਦੁੱਖ ਆਪਣਾ ਜ਼ੋਰ ਪਾਈ ਰੱਖਦਾ ਮਨੁੱਖ ਦੇ ਉੱਤੇ। ਜਦੋਂ ਮਨੁੱਖ ਦੁਨਿਆਵੀ ਕਾਰ ਵਿਹਾਰ ਕਰਦੇ ਆ, ਉਸ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਨਾ। ਭਾਵ ਜਦੋਂ ਮਨੁੱਖ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ, ਫਿਰ ਨਾਮ ਭੁਲਾਇਆ, ਪਰਮਾਤਮਾ ਨੂੰ ਭੁਲਾਇਆ, ਦੁਨੀਆ ਦਾ ਜੋ ਸਹਿਮ ਡਾਰਾ ਦੁੱਖ ਕਲੇਸ਼ ਨੇ ਉਹ ਇਸ ਮਨੁੱਖ ਤੇ ਆਪਣਾ ਪ੍ਰਭਾਵ ਪਾ ਲੈਂਦੇ ਨੇ। ਪਰ ਸਤਿਗੁਰੂ ਕਹਿੰਦੇ ਜੇ ਪਰਮੇਸ਼ਰ ਦਾ ਨਾਮ ਜਪਿਆ ਜਾਵੇ, ਪਰਮੇਸ਼ਰ ਨੂੰ ਯਾਦ ਕੀਤਾ ਜਾਵੇ, ਪਰਮੇਸ਼ਰ ਦਾ ਨਾਮ ਸਿਮਰਿਆ, ਹਰੇਕ ਭਟਕਣਾ ਦੂਰ ਹੋ ਜਾਂਦੀ ਹੈ। ਸਾਰੇ ਕਿਸਮਾਂ ਦੇ ਦੁੱਖ ਨੇ ਕਲੇਸ਼ ਨੇ ਉਹ ਮਨੁੱਖ ਤੋਂ ਦੂਰ ਭੱਜ ਜਾਂਦੇ ਨੇ ਜਦੋਂ ਪਰਮਾਤਮਾ ਦੀ ਬੰਦਗੀ ਦੇ ਨਾਲ ਮਨੁੱਖ ਜੁੜਦਾ ਹੈ। ਤੇ ਸਭ ਦੀ ਸ਼ੁਰੂਆਤ ਗੁਰੂ ਪਾਤਸ਼ਾਹ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ ਕਿ ਜਾ ਕੋ ਆਪਣੀ ਕਿਰਪਾ ਧਾਰੈ, ਸੋ ਜਨ ਰਸਨਾ ਨਾਮ ਉਚਾਰੈ। ਜਾਕੋ ਦਾ ਭਾਵ ਹੁੰਦਾ ਹੈ ਜਿਸ ਮਨੁੱਖ ਨੂੰ, ਰਸਨਾ ਦਾ ਭਾਵ ਹੁੰਦਾ ਜੀਵ ਦੇ ਨਾਲ। ਸਤਿਗੁਰੂ ਕਹਿੰਦੇ ਪਰ ਨਾਮ ਸਿਮਰਦੀ ਜੀਵਾਂ ਦੇ ਆਪਣੇ ਵਿੱਚ ਦੀ ਬਸ ਦੀ ਗੱਲ ਕੋਈ ਨਹੀਂ। ਸਤਿਗੁਰੂ ਕਹਿੰਦੇ ਭਾਈ, ਪਰਮਾਤਮਾ ਦੀ ਬੰਦਗੀ ਕਰਨੀ, ਨਾਮ ਜਪਣਾ, ਸਤਸੰਗਤ ਕਰਨੀ, ਸੇਵਾ ਕਰਨੀ, ਇਹ ਮਨੁੱਖਾਂ ਦੇ ਵਸ ਦੀ ਗੱਲ ਨਹੀਂ, ਆਪਣੇ ਵਸ ਦੀ ਕੋਈ ਗੱਲ ਨਹੀਂ। ਜਿਸ ਮਨੁੱਖ ਉੱਤੇ ਪਰਮਾਤਮਾ ਆਪਣੀ ਮਿਹਰ ਕਰਦਾ ਹੈ ਨਾ, ਜਿਹਤੇ ਪਰਮਾਤਮਾ ਖੁਸ਼ ਹੁੰਦਾ ਹੈ, ਉਹ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਦੇ ਨੇ, ਪਰਮਾਤਮਾ ਦਾ ਨਾਮ ਸਿਮਰਦੇ ਨੇ। ਉਹ ਮਨੁੱਖ ਸਤਸੰਗਤ ਕਰਦੇ ਨੇ, ਉਹ ਮਨੁੱਖ ਸਤਸੰਗਤ ਵਿੱਚ ਬੈਠ ਕੇ ਗੁਰੂ ਦੀ ਸਿੱਖਿਆ ਨੂੰ ਸੁਣਦੇ ਨੇ, ਜਿਨ੍ਹਾਂ ਤੇ ਪਰਮਾਤਮਾ ਮਿਹਰ ਕਰਦਾ ਹੈ। ਉਹ ਮਨੁੱਖ ਆਪਣੀ ਜੀਵ ਦੇ ਨਾਲ ਫਿਰ ਪਰਮਾਤਮਾ ਦੀ ਨਾਮ ਦਾ ਉਚਾਰਨ ਕਰਦੇ ਨੇ, ਜਿਨ੍ਹਾਂ ਤੇ ਪਰਮਾਤਮਾ ਖੁਸ਼ ਹੁੰਦਾ ਹੈ। ਜਾ ਕੋ ਆਪਣੀ ਕਿਰਪਾ ਧਾਰੈ, ਸੋ ਜਨ ਰਸਨਾ ਨਾਮ ਉਚਾਰੈ। ਆਪਣੀ ਜੀਵ ਦੇ ਨਾਲ ਉਹੀ ਪਰਮਾਤਮਾ ਦੀ ਗੁਣ ਗਾ ਸਕਦੇ ਨੇ, ਪਰਮਾਤਮਾ ਦੀ ਬੰਦਗੀ ਕਰ ਸਕਦੇ ਨੇ, ਜਿਨ੍ਹਾਂ ਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ। ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੈ, ਤਿਸ ਜਨ ਦੁਖ ਨਿਕਟ ਨਹੀਂ ਆਵੈ। ਇਹਨਾਂ ਵਚਨਾਂ ਦੇ ਨਾਲ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ਿਸ਼ ਕਰਦੇ ਨੇ। ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੈ, ਤਿਸ ਜਨ ਦੁਖ ਨਿਕਟ ਨਹੀਂ ਆਵੈ। ਨਿਕਟ ਦਾ ਭਾਵ ਹੁੰਦਾ ਨੇੜੇ। ਪਾਤਸ਼ਾਹ ਕਹਿੰਦੇ ਪਰਮੇਸ਼ਰ ਦੀ ਕਿਰਪਾ ਦੇ ਨਾਲ, ਪਰਮਾਤਮਾ ਦੀ ਮਿਹਰ ਦੇ ਨਾਲ ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਸੁਣਦਾ, ਕੀਰਤਨ ਦੇ ਰਾਹੀਂ ਪਰਮਾਤਮਾ ਦੀ ਵਡਿਆਈ ਨੂੰ ਸੁਣਦਾ, ਜਿਹੜਾ ਮਨੁੱਖ
ਪਰਮੇਸ਼ਰ ਦੀ ਸਿਫਤ ਸਲਾਹ, ਪਰਮਾਤਮਾ ਦੇ ਗੁਣ ਗਾਉਂਦਾ ਜਿਹੜਾ ਮਨੁੱਖ, ਜਿਹੜਾ ਪਰਮਾਤਮਾ ਦੀ ਵਡਿਆਈ ਨੂੰ ਸੁਣਦਾ, ਪਰਮਾਤਮਾ ਦੇ ਗੁਣਾਂ ਨੂੰ ਸੁਣਦਾ ਤੇ ਪਰਮਾਤਮਾ ਦੇ ਗੁਣਾਂ ਨੂੰ ਜਿਹੜਾ ਮਨੁੱਖ ਗਾਉਂਦਾ, ਸਤਿਗੁਰੂ ਕਹਿੰਦੇ ਉਸ ਮਨੁੱਖ ਨੂੰ ਕੋਈ ਦੁੱਖ ਨਹੀਂ ਲੱਗ ਸਕਦਾ, ਉਹਦੇ ਨੇੜੇ ਕੋਈ ਦੁੱਖ ਆ ਹੀ ਨਹੀਂ ਸਕਦਾ ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ। ਦੁੱਖ ਤਾਂ ਆਉਂਦੇ ਨੇ ਜ਼ਿੰਦਗੀ ਵਿੱਚ, ਪਰ ਉਹ ਗੁਰਮੁਖੋਂ ਮਹਿਸੂਸ ਨਹੀਂ ਹੁੰਦੇ, ਆਉਂਦੇ ਨੇ ਔਰ ਚਲੇ ਜਾਂਦੇ ਨੇ, ਉਸ ਮਨੁੱਖ ਤੇ ਆਪਣਾ ਪ੍ਰਭਾਵ ਨਹੀਂ ਪਾਉਂਦੇ ਉਹ ਦੁੱਖ। ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ ਰਹਿੰਦੇ ਨੇ, ਪਰਮਾਤਮਾ ਦੇ ਗੁਣਾਂ ਨੂੰ ਸੁਣਦੇ ਰਹਿੰਦੇ ਨੇ, ਜਿਹੜੇ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁਖ ਨਿਕਟ ਨਹੀਂ ਆਵੈ। ਹਰ ਕੀ ਟਹਿਲ ਕਰਤ ਜਨ ਸੋਹੈ, ਤਾਂਕੂ ਮਾਇਆ ਅਗਨ ਨਾ ਪੋਹੈ। ਹਰ ਕੀ ਟਹਿਲ ਕਰਤ ਜਨ ਸੋਹੈ, ਤਾਂਕੂ ਮਾਇਆ ਅਗਨ ਨਾ ਪੋਹੈ। ਸੋਹੈ ਦਾ ਭਾਵ ਹੁੰਦਾ ਸੋਹਣਾ ਲੱਗਦਾ, ਜੀਵਨ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ। ਤਾਂਕੋ ਦਾ ਭਾਵ ਹੁੰਦਾ ਉਸ ਨੂੰ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ ਕਰਦੇ ਨੇ। ਪਾਤਸ਼ਾਹ ਕਹਿੰਦੀ, ਹੇ ਭਾਈ, ਪਰਮਾਤਮਾ ਦੀ ਸੇਵਾ ਭਗਤੀ ਕਰਦੇ ਆ, ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ। ਜੇ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ, ਸਿਮਰਨ ਕਰਦਾ, ਸੇਵਾ ਦੇ ਨਾਲ ਜਿਹੜਾ ਮਨੁੱਖ ਜੁੜਦਾ ਤੇ ਉਹ ਸੋਹਣੇ ਜੀਵਨ ਵਾਲਾ ਮਨੁੱਖ ਬਣ ਜਾਂਦਾ ਹੈ। ਉਹ ਭਾਵ ਉਹਦੇ ਅੰਦਰੋਂ ਮੈਂ ਆ ਮੇਰ ਤੇਰ ਖਤਮ ਹੋ ਜਾਂਦੀ ਹੈ ਸੇਵਾ ਸਿਮਰਨ ਦੇ ਨਾਲ। ਸਾਰਿਆਂ ਦੇ ਵਿੱਚ ਉਹ ਪਰਮਾਤਮਾ ਨੂੰ ਵਸਦਾ ਨਜ਼ਰ ਦਿਸਦਾ ਉਸ ਮਨੁੱਖ ਨੂੰ, ਸੇਵਾ ਸਿਮਰਨ ਕਰਨ ਵਾਲੇ ਨੂੰ। ਪਰਮਾਤਮਾ ਦੇ ਪੈਦਾ ਕੀਤੇ ਜੀਵਾਂ ਨੂੰ ਉਹ ਮਨੁੱਖ ਪਿਆਰ ਕਰਦਾ ਹੈ, ਮੁਹੱਬਤ ਕਰਦਾ ਉਹਨਾਂ ਦੇ ਨਾਲ। ਉਹਦੇ ਅੰਦਰੋਂ ਮੇਰ ਤੇਰ ਖਤਮ ਹੋ ਜਾਂਦੀ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ। ਕਿਉਂਕਿ ਉਸ ਮਨੁੱਖ ਨੂੰ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਨਹੀਂ ਪੋ ਸਕਦੀ, ਉਸ ਦੇ ਆਤਮਿਕ ਜੀਵਨ ਨੂੰ ਸਾੜ ਨਹੀਂ ਸਕਦੀ ਮਾਇਆ ਦੀ ਅੱਗ। ਮਨ ਤਨ ਮੁਖ ਹਰ ਨਾਮ ਦਇਆਲ, ਨਾਨਕ ਤਜੀ ਅਲੇ ਅਬਰ ਜੰਜਾਲ। ਮਨ ਤਨ ਮੁਖ ਹਰ ਨਾਮ ਦਇਆਲ, ਨਾਨਕ ਤਦੀ ਅਲੇ ਅਬਰ ਜੰਜਾਲ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਇਸ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰਦੇ ਨੇ ਕਿ ਮਨ ਤਨ ਮੁਖ ਹਰ ਨਾਮ ਦਇਆਲ। ਮਨ ਦਾ ਭਾਵ ਹੁੰਦਾ ਮਨ ਦੇ ਵਿੱਚ, ਤਨ ਦਾ ਭਾਵ ਹੁੰਦਾ ਤਨ ਦੇ ਵਿੱਚ, ਹਿਰਦੇ ਦੇ ਵਿੱਚ। ਨਾਮ ਦਇਆਲ ਦਾ ਭਾਵ ਹੁੰਦਾ ਦਇਆਲ ਦਾ ਨਾਮ। ਤਜੀ ਵਾਲੇ ਦਾ ਭਾਵ ਹੁੰਦਾ ਉਸ ਮਨੁੱਖ ਨੇ ਸੜ ਦਿੱਤੇ ਨੇ। ਅਬਰ ਦਾ ਭਾਵ ਹੁੰਦਾ ਹੋਰ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹੇ ਨਾਨਕ, ਦਇਆ ਦੇ ਘਰ ਪਰਮਾਤਮਾ ਦਾ ਨਾਮ ਜਿਸ ਮਨੁੱਖ ਦੇ ਮਨ ਵਿੱਚ, ਹਿਰਦੇ ਵਿੱਚ ਤੇ ਮੂੰਹ ਦੇ ਵਿੱਚ ਵਸ ਪੈਂਦਾ ਪਰਮਾਤਮਾ ਦਾ ਨਾਮ, ਉਸ ਮਨੁੱਖ ਨੇ ਆਪਣੇ ਮਨ ਦੇ ਵਿੱਚੋਂ ਮਾਇਆ ਦੇ ਮੋਹ ਦੇ ਸਾਰੇ ਜੰਜਾਲ ਲਾ ਦਿੱਤੇ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਪਰਮਾਤਮਾ ਦੀ ਬੰਦਗੀ ਦੇ ਵਿੱਚ, ਪਰਮੇਸ਼ਰ ਦੀ ਬੰਦਗੀ ਦੇ ਵਿੱਚ ਇਤਨੀ ਤਾਕਤ ਹੈ, ਇਤਨੀ ਸ਼ਕਤੀ ਹੈ। ਜਦੋਂ ਮਨੁੱਖ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਦਾ ਹੈ ਨਾ, ਫਿਰ ਪਰਮਾਤਮਾ ਦੀ ਜੋ ਬਰਕਤ, ਨਾਮ ਦੀ ਜੋ ਬਰਕਤ ਹੈ ਉਹ ਵਰਤ ਜਾਂਦੀ ਹੈ। ਉਹਦੀ ਪਾਵਰ ਦੇ ਨਾਲ, ਉਹਦੀ ਸ਼ਕਤੀ ਦੇ ਨਾਲ ਮਨੁੱਖ ਦਾ ਜੀਵਨ ਫਿਰ ਸੋਹਣਾ ਬਣ ਜਾਂਦਾ ਹੈ।
ਤੇ ਸੋਹਣੇ ਜੀਵਨ ਬਣਾਉਣ ਵਾਸਤੇ ਸਾਨੂੰ ਪਰਮਾਤਮਾ ਦੀ ਬੰਦਗੀ ਦੇ ਨਾਲ, ਪਰਮੇਸ਼ਰ ਦੀ ਬੰਦਗੀ ਦੇ ਨਾਲ ਜੁੜਨਾ ਪੈਣਾ ਹੈ। ਜਦੋਂ ਅਸੀਂ ਬਾਣੀ ਦੇ ਨਾਲ ਜੁੜਾਂਗੇ, ਬਾਣੀ ਦੇ ਨਾਲ ਜੁੜਾਂਗੇ, ਫਿਰ ਸਾਡਾ ਜੀਵਨ ਵੀ ਸਾਧ ਸੰਗਤ ਜੀ ਸੋਹਣਾ ਬਣ ਜਾਣਾ ਹੈ। ਇਸੇ ਵਚਨ ਸਤਿਗੁਰੂ